हाँ जी स्टूडेंट्स, एग्जामिनेशन रिफॉर्म्स दे विच अज असी टॉपिक करांगे क्वालिटी एंड रेंज ऑफ क्वेश्चनस। तो ये जिहड़ा टॉपिक है तुहाडा क्वेश्चन पेपर बेस्ड टॉपिक है कि क्वेश्चन पेपर आ जिहड़ा एग्जामिनेशन दे विच किस तरह का होना चाहिए है। जिहड़ी क्वालिटी आ ते जिहड़ी गिणती आ क्वेश्चनों की, जिथे तक प्रसार आ क्वेश्चनों का, वो बहुत ही ज़्यादा इंपॉर्टेंट रोल अदा करता एग्जामिनेशन दे विच। ਜਿਹੜੇ ਕੁਐਸਚਨਸ ਪੇਪਰ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ ਤੇ ਉਹਨਾਂ ਦੀ ਰੇਂਜ ਆ ਜਿਹੜੀ ਮੀਨਸ ਉਹਨਾਂ ਦੀ ਜਿਹੜੀ ਸੰਭਾਵਨਾਵਾਂ ਨੇ ਉਹ ਵੱਧ ਹੋਣੀਆਂ ਚਾਹੀਦੀਆਂ ਨੇ। ਬਰੋਡ ਕਨਸੈਪਟ ਦੇ ਵਿੱਚੋਂ ਜਿਹੜੇ ਨੇ ਕੁਐਸਚਨ ਪਾਏ ਜਾਣੇ ਚਾਹੀਦੇ ਨੇ। ਇਹ ਨਹੀਂ ਕਿ ਬਣੇ ਬਣਾਏ ਕੁਐਸਚਨ ਜਿਹੜੇ ਪਏ ਨੇ ਪਿਛਲੇ ਸਾਲਾਂ ਵਾਲੇ ਉਹੀ ਅਸੀਂ ਪੇਪਰਾਂ ਦੇ ਵਿੱਚ ਪਾ ਦਈਏ, ਜਿਵੇਂ ਸਾਡਾ ਇੰਡੀਅਨ ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਚੱਲਦਾ ਏ। The core of the exam system is the exam paper। एग्जाम सिस्टम आ जिहड़ा ਉਹਦੇ ਵਿੱਚ ਮੇਨ ਰੋਲ ਜਿਹੜਾ ਇਹ ਕੁਐਸਚਨ ਪੇਪਰ ਦਾ ਏ। ਜਿਹੜਾ ਕੁਐਸਚਨ ਪੇਪਰ ਆ ਇਹ ਸਾਫ ਸੁਥਰਾ, ਭਰੋਸੇਯੋਗ, ਜਿਹੜਾ ਇਹ ਵਿਸ਼ਵਾਸਯੋਗ ਹੋਣਾ ਚਾਹੀਦਾ ਏ। ਤੇ ਇਹਦੇ ਵਿੱਚ ਸਾਰੀਆਂ ਜਿਹੜੀਆਂ ਟੈਸਟ ਆਈਟਮਸ ਨੇ ਉਹ ਪਾਈਆਂ ਜਾਣੀਆਂ ਚਾਹੀਦੀਆਂ ਨੇ, ਜਿਨ੍ਹਾਂ ਨਾਲ ਸਾਡੇ ਜਿਹੜਾ ਕਰੀਕੂਲਮ ਆ ਉਹ ਉਸ ਦੇ ਓਬਜੈਕਟਿਵਸ ਪੂਰੇ ਹੋ ਜਾਣ। ਬਰੋਡ ਕਰੀਕੂਲਮ ਆ ਜਿਹੜਾ ਸਾਡਾ ਪਾਠਕ੍ਰਮ ਬਣਾਇਆ ਹੋ ਉਸ ਦੇ ਓਬਜੈਕਟਿਵਸ ਤੇ ਏਮਸ ਪੂਰੇ ਹੋ ਜਾਣ। ਇਸ ਤੋਂ ਇਲਾਵਾ ਜਿਹੜਾ ਸਾਡਾ ਕੋਗਨੀਟਿਵ ਡੋਮੇਨ ਆ ਉਹ ਵੀ ਸਾਡਾ ਕੰਪਲੀਟ ਹੋ ਜਾਵੇ। ਤਾਂ ਪਰ ਅਸੀਂ ਇਹ ਗੱਲਾਂ ਜਿਹੜੀਆਂ ਕਰਦੇ ਹਾਂ ਸਾਡੇ ਮੋਸਟ ਇੰਡੀਅਨ ਜਿਹੜੇ ਸਕੂਲ ਬੋਰਡਸ ਨੇ ਉਹਨਾਂ ਲਈ ਅਪਲਾਈ ਨਹੀਂ ਹੁੰਦੀਆਂ। ਤਾਂ ਉਹ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਜੋ ਵੀ ਪੁਰਾਣਾ ਸਾਡਾ ਸਿਸਟਮ ਚੱਲਦਾ ਆ ਰਿਹਾ ਉਹਨੂੰ ਚੇਂਜ ਕਰਨ ਦੇ ਵਿੱਚ ਉਹਨਾਂ ਨੂੰ ਝਿਜਕ ਮਹਿਸੂਸ ਹੁੰਦੀ ਆ। ਤਾਂ ਜਿਹੜਾ ਸੈਕੰਡਰੀ ਲੈਵਲ ਦੀ ਸਟੱਡੀ ਆ ਉਹ ਇਹ ਸ਼ੋਅ ਕਰਦੀ ਆ ਕਿ ਜੋ ਵੀ ਕੁਐਸਚਨ ਪੇਪਰ ਬੋਰਡ ਦੀਆਂ ਕਲਾਸਾਂ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਦੀ ਕੁਆਲਿਟੀ ਹੈ ਜਿਹੜੀ ਬਹੁਤ ਹੀ ਘਟੀਆ ਹੁੰਦੀ ਹੈ ਕਹਿ ਲਓ ਤੁਸੀਂ, ਜਾਂ ਤੁਸੀਂ ਆਪਣੇ ਯੂਨੀਵਰਸਿਟੀ ਦੇ ਪੇਪਰ ਦੇਖ ਲਓ ਇਹਨਾਂ ਦੀ ਕੁਆਲਿਟੀ ਕਿੰਨੀ ਕੁ ਵਧੀਆ ਹੁੰਦੀ ਆ। ਇਹਦੇ ਨਾਲ ਕੀ ਆ, ਤੁਹਾਡੇ ਬਣੇ ਬਣਾਏ ਕੁਐਸਚਨ ਨੇ ਉਹਨਾਂ ਦੇ ਬਣੇ ਬਣਾਏ ਆਨਸਰ ਨੇ, ਸੇਮ ਰੱਟਾ ਪਟੀਸ਼ਨ ਆ ਜਿੰਨਾ ਮਰਜ਼ੀ ਕਰ ਲਓ। ਤਾਂ ਇਹ ਕੋਈ ਤੁਹਾਡੀ ਕੋਈ ਵੀ ਕ੍ਰੀਏਟੀਵਿਟੀ ਸ਼ੋਅ ਨਹੀਂ ਕਰਨ ਵਾਲੇ। ਜੇ ਕੋਈ ਇਸ ਤਰ੍ਹਾਂ ਦਾ ਕੁਐਸਚਨ ਪੁੱਛ ਲਿਆ ਜਾਵੇ ਕਿ ਤੁਹਾਡੇ ਪੁਆਇੰਟ ਆਫ ਵਿਊ ਨਾਲ ਕੀ ਆ, ਤਾਂ ਤੁਸੀਂ ਉਹਨਾਂ ਦੇ ਆਨਸਰ ਬਹੁਤ ਘੱਟ ਬੱਚੇ ਦੇ ਸਕਦੇ ਨੇ, ਕਿਉਂਕਿ ਤੁਹਾਨੂੰ ਜਿਹੜੀ ਪਿਛਲੀਆਂ ਜਮਾਤਾਂ ਦੀ ਆਦਤ ਆ ਉਹ ਬਣੇ ਬਣਾਏ ਕੁਐਸਚਨ ਜਾਂ ਕਹਿ ਲਓ ਸਪੂਨ ਫੀਡਿੰਗ ਦੀ ਆਦਤ ਪਈ ਹੋਈ ਆ। ਤਾਂ ਇਸ ਲਈ ਕੁਆਲਿਟੀ ਅਤੇ ਰੇਂਜ ਆ ਜਿਹੜੀ ਉਹ ਕੁਐਸਚਨਾਂ ਦੀ ਉਹ ਹਾਈ ਹੋਣੀ ਚਾਹੀਦੀ ਆ। ਕਿਹੜੇ ਕਿਹੜੇ ਸਟੈਪਸ ਨੇ ਕੁਐਸਚਨ ਪੇਪਰ ਬਣਾਉਣ ਲੱਗੇ ਫੋਲੋ ਕੀਤੇ ਜਾਂਦੇ ਨੇ। ਤਾਂ ਅਸੀਂ ਕਿਉਂਕਿ ਇਹ ਕੁਐਸਚਨ ਕਰਨਾ ਹੈ ਤਾਂ ਅਸੀਂ ਇੱਕ ਕ੍ਰਾਈਟੀਰੀਆ ਰੱਖ ਕੇ ਕੁਐਸਚਨ ਕਰਾਂਗੇ। ਪਹਿਲਾਂ ਦਾ ਮੀਨਿੰਗ ਦੱਸ ਦਾਂਗੇ, ਇੰਟਰੋਡਕਸ਼ਨ ਦੇਣ ਤੋਂ ਬਾਅਦ ਦੇ ਸਟੈਪਸ ਦੱਸ ਦਾਂਗੇ। ਸਭ ਤੋਂ ਪਹਿਲਾਂ ਡਿਜ਼ਾਈਨਿੰਗ ਐਂਡ ਅਸੈਸਮੈਂਟ ਫਰੇਮਵਰਕ। ਤਾਂ ਇੱਕ ਅਸੈਸਮੈਂਟ ਫਰੇਮਵਰਕ ਡਿਜ਼ਾਈਨ ਕੀਤਾ ਜਾਂਦਾ ਕਿ ਅਸੀਂ ਕਿਸ ਚੀਜ਼ ਨੂੰ ਅਸੈਸ ਕਰਨਾ ਹੈ, ਕਿਹੜੀ ਚੀਜ਼ ਦੀ ਇਵੈਲੂਏਸ਼ਨ ਕਰਨੀ ਆ ਕੁਐਸਚਨ ਪੇਪਰ ਬਣਾਉਣ ਲੱਗੇ। ਡਿਜ਼ਾਈਨਿੰਗ ਆ ਬਲੂਪ੍ਰਿੰਟ, ਇੱਕ ਬਲੂਪ੍ਰਿੰਟ ਤਿਆਰ ਕੀਤਾ ਜਾਂਦਾ ਏ ਕਿ ਕਿੰਨੇ ਤਰ੍ਹਾਂ ਦੇ ਕੁਐਸਚਨ ਹੋਣਗੇ, ਮਾਰਕਿੰਗ ਸਕੀਮ ਕੀ ਹੋਊਗੀ, ਅਤੇ ਇਸ ਤੋਂ ਇਲਾਵਾ ਕਿੰਨੇ ਟਾਈਮ ਦੇ ਹੋਣਗੇ, ਲੌਂਗ ਕੁਐਸਚਨ ਕਿੰਨੇ ਹੋਣਗੇ। ਤਾਂ ਇਹ ਸਾਰੀ ਚੀਜ਼ ਤਿਆਰ ਕੀਤੀ ਜਾਂਦੀ ਹੈ। ਫਿਰ ਹੈ ਡਿਜ਼ਾਈਨਿੰਗ ਗੁੱਡ ਕੁਆਲਿਟੀ ਆਈਟਮਸ ਐਂਡ ਸਕੋਰਿੰਗ ਗਾਈਡ। ਚੰਗੀ ਤਰ੍ਹਾਂ ਦੀਆਂ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਜਿਹੜੀਆਂ ਆਈਟਮਾਂ ਨੇ, ਟੈਸਟ ਆਈਟਮਸ ਨੇ ਜਿਹੜੀਆਂ ਉਹ ਵਿੱਚ ਪਾਈਆਂ ਜਾਣੀਆਂ ਚਾਹੀਦੀਆਂ ਨੇ ਜਾਂ ਪਾਈਆਂ ਜਾਂਦੀਆਂ ਨੇ। ਅਤੇ ਸਕੋਰਿੰਗ ਗਾਈਡ ਆ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਟੀਚਰਸ ਨੂੰ। ਅਤੇ ਜਿਹੜੀਆਂ ਚੰਗੀਆਂ ਕਿਸਮ ਦੀਆਂ ਜਿਹੜੀਆਂ ਬਣਤਰ ਦੀਆਂ ਕੁਐਸਚਨ ਆਈਟਮਸ ਨੇ ਉਹ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ। ਫਿਰ ਹੈ ਕੁਐਸਚਨ ਪੇਪਰ ਵੈਲੀਡੇਸ਼ਨ ਐਂਡ ਫਾਈਨਲਾਈਜੇਸ਼ਨ। ਕੁਐਸਚਨ ਪੇਪਰ ਦੀ ਭਰੋਸੇਯੋਗਤਾ ਅਤੇ ਉਸ ਦੀ ਫਾਈਨਲ ਜਿਹੜੀ ਟੱਚ ਆ ਉਹ ਦਿੱਤਾ ਜਾਂਦਾ ਹੈ ਲਾਸਟ ਦੇ ਉੱਤੇ।
ਜਿਹੜੇ ਮਾਹਿਰ ਨੇ, ਐਕਸਪਰਟਸ ਨੇ, ਉਹਨਾਂ ਦੁਆਰਾ ਇਹ ਕੰਮ ਕਰਵਾਇਆ ਜਾਂਦਾ। ਤਾਂ ਇਸ ਤਰ੍ਹਾਂ ਨਾਲ ਇੱਕ ਜਿਹੜਾ ਕੁਐਸਚਨ ਪੇਪਰ ਆ ਉਹ ਤਿਆਰ ਕੀਤਾ ਜਾਂਦਾ ਏ। ਅੱਗੇ ਹੈਗਾ ਰਿਫਾਰਮਸ ਇਨ ਪੇਪਰ ਸੈਟਿੰਗ। ਹੁਣ ਪੇਪਰ ਸੈਟਿੰਗ ਦੀ ਸਾਰੀ ਗੱਲ ਆ, ਇਹਦੇ ਵਿੱਚ ਸੁਧਾਰ ਲੈ ਕੇ ਆਉਣਾ। ਤਾਂ ਇਹ ਸਾਡਾ ਜਿਹੜਾ ਟੌਪਿਕ ਹੈ, ਇਹਦੇ ਵਿੱਚ ਦੋ ਸਾਡੇ ਕੋਲ ਹੈਡਿੰਗ ਨੇ ਮੇਨ, ਇੱਕ ਕਰੈਕਟਰਿਸਟਿਕਸ ਆਫ ਆਈਡੀਅਲ ਕੁਐਸਚਨ ਪੇਪਰ ਅਤੇ ਦੂਸਰਾ ਹੈਗਾ ਇਹ ਫਾਰਮੇਸ਼ਨ ਆਫ ਆਈਡੀਅਲ ਕੁਐਸਚਨ ਪੇਪਰ। ਤਾਂ ਅਸੀਂ ਪਹਿਲਾਂ ਕਰਾਂਗੇ ਕਰੈਕਟਰਿਸਟਿਕਸ ਆਫ ਆਈਡੀਅਲ ਕੁਐਸਚਨ ਪੇਪਰ। ਕਿਹੜੀਆਂ ਕਿਹੜੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਇੱਕ ਵਧੀਆ ਪੇਪਰ ਦੇ ਵਿੱਚ ਹੁੰਦੀਆਂ ਨੇ। ਸਭ ਤੋਂ ਪਹਿਲਾਂ ਹੈਗਾ ਅਕੋਰਡਿੰਗ ਟੂ ਦਾ ਏਮਸ ਐਂਡ ਆਬਜੈਕਟਿਵਸ ਆਫ ਦਾ ਸਿਲੇਬਸ। ਪਾਠਕ੍ਰਮ ਦੇ ਉਦੇਸ਼ ਅਤੇ ਮੰਤਵਾਂ ਅਨੁਸਾਰ ਕੁਐਸਚਨ ਪੇਪਰ ਹੈ ਜਿਹੜਾ ਉਹ ਪਾਠਕ੍ਰਮ ਦੇ ਉਦੇਸ਼ ਪੂਰੇ ਕਰਨ ਵਾਲਾ ਹੋਣਾ ਚਾਹੀਦਾ ਹੈ। ਫਿਰ ਹੈ ਕਵਰ ਐਂਟਾਇਰ ਕੋਰਸ ਵਰਕ ਔਰ ਸਿਲੇਬਸ। ਤਾਂ ਜਿਹੜਾ ਫਾਈਨਲ ਪੇਪਰ ਹੁੰਦੇ ਨੇ ਉਹ ਸਾਰਾ ਸਿਲੇਬਸ ਕਵਰ ਕਰਨ ਵਾਲੇ ਹੋਣੇ ਚਾਹੀਦੇ ਨੇ। ਇਹ ਨਹੀਂ ਕਿ ਇਹਦੇ ਵਿੱਚ ਚਾਹੇ ਤੁਹਾਡੇ ਜਿਹੜੇ ਨੇ ਟਰਮ ਵਾਈਜ਼ ਹੋਣ, ਚਾਹੇ ਈਅਰਲੀ ਹੋਣ, ਤਾਂ ਸਾਰਾ ਸਿਲੇਬਸ ਕਵਰ ਕਰਨ ਵਾਲੇ ਹੋਣੇ ਚਾਹੀਦੇ ਨੇ। ਫਿਰ ਹੈ ਕਵਰ ਅਪ ਆਲ ਟਾਈਪਸ ਆਫ ਕੁਐਸਚਨਸ। ਜਿਹੜਾ ਕੁਐਸਚਨ ਪੇਪਰ ਆ ਉਹਦੇ ਵਿੱਚ ਹਰੇਕ ਤਰ੍ਹਾਂ ਦੇ ਕੁਐਸਚਨ ਪਾਏ ਹੋਣੇ ਚਾਹੀਦੇ ਨੇ। ਐਸੇ ਟਾਈਪ ਵੀ ਹੋਣੇ ਚਾਹੀਦੇ ਨੇ, ਸ਼ਾਰਟ ਨੋਟਸ ਵੀ ਹੋਣੇ ਚਾਹੀਦੇ ਨੇ, MCQs ਵੀ ਹੋਣੇ ਚਾਹੀਦੇ ਨੇ। ਫਿਰ ਹੈਗਾ ਵਨ ਕੁਐਸਚਨ ਮਸਟ ਹੈਵ ਵਨ ਆਨਸਰ। ਤਾਂ ਜਿਹੜਾ ਕੁਐਸਚਨ ਆ ਕਨਫਿਊਜ਼ਿੰਗ ਨਹੀਂ ਹੋਣਾ ਚਾਹੀਦਾ। ਇੱਕ ਕੁਐਸਚਨ ਦਾ ਇੱਕ ਹੀ ਆਨਸਰ ਠੀਕ ਆਉਣਾ ਚਾਹੀਦਾ ਏ। ਤਾਂ ਇੱਕ ਕੁਐਸਚਨ ਦੇ ਦੋ ਆਨਸਰ ਨਹੀਂ ਹੋਣੇ ਚਾਹੀਦੇ। ਫਿਰ ਕੁਐਸਚਨ ਸ਼ੁੱਡ ਬੀ ਕਲੀਅਰ। ਜਿਹੜਾ ਕੁਐਸਚਨਸ ਨੇ ਕੁਐਸਚਨ ਪੇਪਰ 'ਚ ਪਾਏ ਜਾਣ ਵਾਲੇ ਉਹ ਕਲੀਅਰ ਹੋਣੇ ਚਾਹੀਦੇ ਨੇ, ਸਪਸ਼ਟ ਹੋਣੇ ਚਾਹੀਦੇ ਨੇ। ਉਹ ਬੱਚਿਆਂ ਦੀ ਸਮਝ ਦੇ ਵਿੱਚ ਸਿੰਪਲ ਲੈਂਗੁਏਜ ਦੇ ਵਿੱਚ ਹੋਣੇ ਚਾਹੀਦੇ ਨੇ। ਫਿਰ ਹੈਗਾ ਇੰਸਟਰਕਸ਼ਨ ਸ਼ੁੱਡ ਬੀ ਸਿੰਪਲ। ਜਿਹੜੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਹ ਆਸਾਨ ਅਤੇ ਸਰਲ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਬੱਚਿਆਂ ਨੂੰ ਸਮਝ ਆ ਸਕਣ ਅਤੇ ਉਹਨਾਂ ਨੂੰ ਫੋਲੋ ਕਰ ਸਕਣ। ਫਿਰ ਹੈ ਇਟ ਸ਼ੁੱਡ ਨਾਟ ਬੀ ਟੂ ਈਜ਼ੀ ਔਰ ਟੂ ਡਿਫੀਕਲਟ। ਜਿਹੜਾ ਕੁਐਸਚਨ ਪੇਪਰ ਹੈ ਬਹੁਤ ਜ਼ਿਆਦਾ ਆਸਾਨ ਜਾਂ ਬਹੁਤ ਜ਼ਿਆਦਾ ਔਖਾ ਨਹੀਂ ਹੋਣਾ ਚਾਹੀਦਾ। ਬੱਚਿਆਂ ਦੇ ਜਿਹੜੇ ਸਟੂਡੈਂਟਸ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਕਲਾਸ ਦੇ ਵਿੱਚ 3 ਤਰ੍ਹਾਂ ਦੇ ਸਟੂਡੈਂਟਸ ਹੁੰਦੇ ਨੇ, ਤਾਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਕੁਐਸਚਨ ਪੇਪਰ ਹੈ ਉਹ ਪਾਉਣਾ ਚਾਹੀਦਾ ਹੈ। ਤਾਂ ਇਹਦੇ ਵਿੱਚ ਐਵਰੇਜ, ਬਿਲੋ ਐਵਰੇਜ ਅਤੇ ਅਬਵ ਐਵਰੇਜ ਜਿਹੜੇ ਆ ਜਾਂਦੇ ਨੇ। ਫਿਰ ਹੈਗਾ ਟਾਈਮ ਓਰੀਐਂਟਡ, ਸਮਾਂ ਕੇਂਦਰਿਤ। ਜਿਹੜਾ ਕੁਐਸਚਨ ਪੇਪਰ ਉਹ 'ਚ ਸਮਾਂ ਨਿਰਧਾਰਿਤ ਹੁੰਦਾ ਏ। ਤਾਂ ਕੁਐਸਚਨ ਇਸ ਤਰ੍ਹਾਂ ਦੇ ਪਾਉਣੇ ਚਾਹੀਦੇ ਨੇ ਕਿ ਜਿਹੜੇ ਸਮੇਂ ਦੇ ਹਿਸਾਬ ਨਾਲ ਉਹ ਪੂਰੇ ਹੁੰਦੇ ਹੋਣ। ਫਿਰ ਹੈਗਾ ਫੇਅਰ ਐਂਡ ਈਜ਼ੀ ਮਾਰਕਿੰਗ ਸਿਸਟਮ। ਸਾਫ਼ ਅਤੇ ਆਸਾਨ ਅੰਕ ਪ੍ਰਬੰਧ। ਤਾਂ ਮਾਰਕਿੰਗ ਸਕੀਮ ਆ ਜਿਹੜੀ ਆਸਾਨ ਹੋਣੀ ਚਾਹੀਦੀ ਆ। ਤਾਂ ਜਿਹੜਾ ਇਵੈਲੂਏਟਰ ਆ ਉਸ ਨੂੰ ਵੀ ਆਸਾਨੀ ਨਾਲ ਜਿਹੜੀ ਆ ਉਹ ਸਮਝ ਆਉਣੀ ਚਾਹੀਦੀ ਹੈ। ਅਤੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਵੀ ਆਪਣਾ ਪਤਾ ਹੋਣਾ ਚਾਹੀਦਾ ਕਿ ਕਿੰਨੇ ਮਾਰਕਸ ਦਾ ਕੀ ਕਰ ਰਿਹਾ ਮੈਂ। ਫਿਰ ਹੈਗਾ ਰਿਲਾਏਬਲ ਐਂਡ ਵੈਲਿਡ, ਭਰੋਸੇਯੋਗ। ਤਾਂ ਜਿਹੜੇ ਇਹ ਕੁਐਸਚਨ ਹੁੰਦੇ ਨੇ ਭਰੋਸੇਯੋਗ ਹੋਣੇ ਚਾਹੀਦੇ ਨੇ ਕਿ ਉਹ ਸਿਲੇਬਸ ਦੇ ਵਿੱਚੋਂ ਹੀ ਆਏ ਨੇ। ਜੇ ਅਸੀਂ ਬਾਹਰੋਂ ਪਾਏ ਨੇ ਤਾਂ ਵੀ ਉਹ ਸਿਲੇਬਸ ਨਾਲ ਟੱਚ ਕਰਦੇ ਨੇ। ਤਾਂ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਕਾਲਪਨਿਕ, ਜਿਹੜੀ ਕਿ ਅਸੀਂ ਸਹੀ ਢੰਗ ਨਾਲ ਨਾ ਅਟੈਂਪਟ ਕਰ ਸਕੀਏ। ਰਿਫਾਰਮਸ ਇਨ ਪੇਪਰ ਸੈਟਿੰਗ ਦੇ ਵਿੱਚ ਦੂਜੇ ਨੰਬਰ 'ਤੇ ਆ ਜਾਂਦਾ ਫਾਰਮੇਸ਼ਨ ਆਫ ਆਈਡੀਅਲ ਕੁਐਸਚਨ ਪੇਪਰ। ਜਦੋਂ ਅਸੀਂ ਕੁਐਸਚਨ ਪੇਪਰ ਬਣਾਉਂਦੇ ਹਾਂ ਤਾਂ ਕਿਹੜੀਆਂ ਗੱਲਾਂ ਹੁੰਦੀਆਂ ਨੇ ਧਿਆਨ 'ਚ ਰੱਖੀਆਂ ਜਾਂਦੀਆਂ ਨੇ। ਲੈਂਗੁਏਜ, ਤਾਂ ਜਿਹੜੀ ਲੈਂਗੁਏਜ ਆ ਉਹ ਸਾਫ਼ ਅਤੇ ਸਪਸ਼ਟ ਹੋਣੀ ਚਾਹੀਦੀ ਆ। ਤਾਂ ਜਿੰਨੇ ਤੁਸੀਂ ਮੀਡੀਅਮ ਰੱਖੇ ਹੋਏ ਨੇ, ਮੀਡੀਅਮਸ ਆਫ ਇੰਸਟਰਕਸ਼ਨਸ, ਉਨ੍ਹਾਂ ਦੇ ਵਿੱਚ ਉਨੀਆਂ ਲੈਂਗੁਏਜਿਸ ਹੀ ਕੁਐਸਚਨ ਪੇਪਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਫਿਰ ਇਹ ਪੇਪਰ ਸੈਟਿੰਗ ਐਂਡ ਮੋਡਰੇਟ। ਪੇਪਰ ਸੈਟਰਸ ਐਂਡ ਮੋਡਰੇਟ। ਜਿਹੜੇ ਪੇਪਰ ਸੈਟਰ ਨੇ ਉਹ ਇੱਕ ਗਰੁੱਪ ਦੇ ਨਹੀਂ ਹੋਣੇ ਚਾਹੀਦੇ, ਉਹ ਅਲੱਗ-ਅਲੱਗ ਗਰੁੱਪਾਂ ਦੇ ਹੋਣੇ ਚਾਹੀਦੇ ਨੇ। ਤਾਂ ਜੋ ਅਲੱਗ-ਅਲੱਗ ਸ਼੍ਰੇਣੀਆਂ ਤੋਂ ਆਉਣੇ ਚਾਹੀਦੇ ਨੇ ਤਾਂ ਜੋ ਜਿਹੜਾ ਪੇਪਰ ਆ ਉਹ ਅਲੱਗ-ਅਲੱਗ ਤਰੀਕਿਆਂ ਨਾਲ ਪਾਇਆ ਜਾ ਸਕੇ ਹਰੇਕ ਵਾਰੀ। ਅੱਗੇ ਹੈਗਾ ਕੁਐਸਚਨ ਬੈਂਕ ਅਪਰੋਚ। ਇਹ ਕੁਐਸਚਨ ਬੈਂਕ ਵਾਲਾ ਜਿਹੜਾ ਹੈਗਾ ਕੁਐਸਚਨ ਇਹ ਸ਼ਾਰਟ ਨੋਟ ਦੇ ਵਿੱਚ ਆ ਸਕਦਾ ਤੁਹਾਨੂੰ।
ਤਾਂ ਇਹਨੂੰ ਚੰਗੀ ਤਰ੍ਹਾਂ ਕਰਨਾ ਹੈ ਤੁਸੀਂ, ਕਿਉਂਕਿ ਤੁਹਾਡੀਆਂ ਬੁੱਕਸ ਨੇ ਜਿਹੜੀਆਂ ਨੰਦਰਾ ਦੀਆਂ ਬੁੱਕਸ ਨੇ ਉਹਦੇ ਵਿੱਚ ਇਹ ਕੁਐਸਚਨ ਬੈਂਕ ਵਾਲਾ ਜਿਹੜਾ ਅਲੱਗ ਤੋਂ ਇੱਕ ਟੌਪਿਕ ਛੋਟਾ ਜਿਹਾ ਦਿੱਤਾ ਹੋਇਆ। ਤਾਂ ਇਸ ਤਰ੍ਹਾਂ ਦੀ ਅਪਰੋਚ ਆ ਜਿਹੜੀ ਕੁਐਸਚਨ ਬੈਂਕ ਅਪਰੋਚ ਅਪਣਾਉਣੀ ਚਾਹੀਦੀ ਹੈ ਸਕੂਲਾਂ ਨੂੰ, ਤਾਂ ਕਿ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨ ਪੇਪਰ ਨੇ ਜਿਹੜੇ ਉਹ ਬਣਾ ਕੇ ਜਮ੍ਹਾਂ ਕੀਤੇ ਜਾਣ ਅਤੇ ਡਿਫਰੈਂਟ ਟਾਈਪਸ ਦੇ ਕੁਐਸਚਨ ਪੇਪਰਾਂ ਨੂੰ ਅਲੱਗ-ਅਲੱਗ ਸਮਿਆਂ ਦੇ ਅਨੁਸਾਰ ਉਹ ਜਿਹੜਾ ਇਹ ਇੰਸਟੀਟਿਊਸ਼ਨ ਨੂੰ ਪ੍ਰੋਵਾਈਡ ਕੀਤਾ ਜਾਵੇ, ਤਾਂ ਕਿ ਬੱਚਿਆਂ ਦੀ ਵੈਲਿਊਏਸ਼ਨ ਆ ਸਹੀ ਹੋ ਸਕੇ। ਫਿਰ ਇਨਹੈਂਸਿੰਗ ਕੁਆਲਿਟੀ ਆਫ ਕੁਐਸਚਨਸ ਦੀ ਕੁਆਲਿਟੀ ਨੂੰ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਕੁਐਸਚਨਸ ਦੀ ਕੁਆਲਿਟੀ ਹੈ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਆ। ਡਿਲੀਵਰੀ ਆਫ ਕੁਐਸਚਨ ਪੇਪਰਸ, ਜਿਹੜੀ ਕੁਐਸਚਨ ਪੇਪਰਸ ਦੀ ਡਿਲੀਵਰੀ ਆ ਉਹ ਵੀ ਜਿਹੜੀ ਆ ਸਹੀ ਢੰਗ ਨਾਲ ਹੋਣੀ ਚਾਹੀਦੀ ਆ, ਸਹੀ ਢੰਗ ਨਾਲ ਛਪਾਈ ਹੋਣੀ ਚਾਹੀਦੀ ਹੈ, ਸਹੀ ਢੰਗ ਨਾਲ ਡਿਲੀਵਰੀ ਹੋਣੀ ਚਾਹੀਦੀ ਆ। ਫਿਰ ਹੈਗਾ ਕਲੀਅਰ ਐਂਡ ਸਿੰਪਲ ਇੰਸਟਰਕਸ਼ਨਸ। ਇਹ ਪਹਿਲਾਂ ਵੀ ਇੰਸਟਰਕਸ਼ਨਸ ਨੇ ਜਿਹੜੀਆਂ ਉਹ ਕਲੀਅਰ ਅਤੇ ਸਿੰਪਲ ਹੋਣੀਆਂ ਚਾਹੀਦੀਆਂ ਤਾਂ ਜੋ ਸਾਰਿਆਂ ਨੂੰ ਸਮਝ ਆ ਸਕਣ। ਗਾਈਡਲਾਈਨਸ ਫਾਰ ਟਾਈਮਿੰਗ ਲਈ ਗਾਈਡਲਾਈਨਸ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਕਿੰਨਾ ਸਮਾਂ ਜਿਹੜਾ ਅਸੀਂ ਉਹ ਪੇਪਰ ਲਈ ਦੇ ਸਕਦੇ ਹਾਂ, ਕਿੰਨਾ ਸਮਾਂ ਜਿਹੜਾ ਅਸੀਂ ਪੇਪਰ ਰੀਡਿੰਗ ਲਈ ਦੇ ਸਕਦੇ ਹਾਂ, ਪੇਪਰ ਅਟੈਂਪਟਿੰਗ ਲਈ ਦੇ ਸਕਦੇ ਹਾਂ। ਮਾਡਰਨ ਬਲਿਊਪ੍ਰਿੰਟ, ਜਿਹੜਾ ਵੀ ਪੇਪਰ ਦਾ ਬਲਿਊਪ੍ਰਿੰਟ ਬਣਾਇਆ ਜਾਣਾ ਚਾਹੀਦਾ ਉਹ ਸਾਨੂੰ ਜਿਹੜਾ ਮਾਡਰਨ ਜ਼ਮਾਨਾ ਹੈ ਉਹਨੂੰ ਧਿਆਨ 'ਚ ਰੱਖਦੇ ਬਣਾਉਣਾ ਚਾਹੀਦਾ ਹੈ। ਅਤੇ ਜਿਹੜੀ ਸਾਡੀ ਐਕਟੀਵਿਟੀ ਬੇਸਡ ਲਰਨਿੰਗ ਆ, ਜਾਂ ਕਹਿ ਲਓ CCE ਦੀ ਜਿਹੜੀ ਫਾਰਮੇਸ਼ਨ ਆ ਉਹ ਪੂਰੀ ਹੋਣੀ ਚਾਹੀਦੀ ਹੈ। ਫਿਰ ਹੈ ਕੁਐਸਚਨਸ ਅਕੋਰਡਿੰਗ ਟੂ ਦਾ ਲੈਵਲਸ ਆਫ ਸਟੂਡੈਂਟਸ, ਜਿਹੜੇ ਕੁਐਸਚਨਸ ਨੇ ਉਹ ਸਟੂਡੈਂਟਸ ਦੇ ਲੈਵਲ ਅਕੋਰਡਿੰਗ ਹੋਣੇ ਚਾਹੀਦੇ ਨੇ, ਤਾਂ ਉਹਨਾਂ ਦੀ ਜਿਹੜੀ ਏਜ ਆ ਉਹਦੇ ਮੁਤਾਬਕ ਹੋਣੇ ਚਾਹੀਦੇ ਨੇ, ਉਹਨਾਂ ਦੀ ਕਲਾਸ ਮੁਤਾਬਕ ਹੋਣੇ ਚਾਹੀਦੇ ਨੇ। ਫਿਰ ਹੈ ਕੁਐਸਚਨ ਸ਼ੁੱਡ ਟੈਸਟੀਫਾਈ ਮੈਂਟਲ ਐਬਿਲਿਟੀ, ਇਮੈਜੀਨੇਸ਼ਨ ਐਂਡ ਰੀਜ਼ਨਿੰਗ। ਤਾਂ ਕੁਐਸਚਨ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਕਿ ਉਹ ਮੈਂਟਲ ਐਬਿਲਿਟੀ ਤਾਂ ਟੈਸਟ ਕਰਨ। ਇਸ ਤੋਂ ਇਲਾਵਾ ਇਮੈਜੀਨੇਸ਼ਨ ਸਟੂਡੈਂਟਸ ਦੀ ਅਤੇ ਰੀਜ਼ਨਿੰਗ ਪਾਵਰ ਆ ਜਿਹੜੀ ਉਹ ਵੀ ਟੈਸਟ ਕਰਨ। ਤਾਂ ਇਸ ਤਰ੍ਹਾਂ ਨਾਲ ਜਿਹੜਾ ਕੁਐਸਚਨ ਪੇਪਰ ਆ ਉਹ ਬਣਨਾ ਚਾਹੀਦਾ ਹੈ। ਤਾਂ ਇਸ ਤੋਂ ਬਾਅਦ ਜਿਹੜਾ ਕਨਕਲੂਜ਼ਨ ਕੱਢ ਕੇ ਤੁਸੀਂ ਇਹ ਕੁਐਸਚਨ ਦਾ ਐਂਡ ਕਰ ਦੇਣਾ ਹੈ। ਤਾਂ ਇਹਦੇ ਵਿੱਚ ਅੱਜ ਸਾਡੇ ਕੋਲ 3 ਜਿਹੜੇ ਨੇ ਸ਼ਾਰਟ ਨੋਟਸ ਨੇ, 3 ਦੇ ਵਿੱਚ 4 ਕਿਉਂਕਿ ਕੁਐਸਚਨ ਬੈਂਕ ਵਾਲਾ ਅਲੱਗ ਤੋਂ ਆ, ਤਾਂ 4 ਸ਼ਾਰਟ ਨੋਟਸ ਨੇ ਅਤੇ ਬਾਕੀ ਜਿਹੜਾ ਇੱਕ ਇਹ ਲੌਂਗ ਕੁਐਸਚਨ ਆ। ਤਾਂ ਇਹਨੂੰ ਤੁਸੀਂ ਪ੍ਰੀਪੇਅਰ ਕਰਨਾ ਹੈ ਫਾਈਨਲ ਐਗਜ਼ਾਮ ਵਾਸਤੇ। ਜਿਹੜੇ ਪੰਜਾਬੀ ਵਾਲੇ ਸਟੂਡੈਂਟ ਨੇ ਕੋਸ਼ਿਸ਼ ਕਰੋ ਇੰਗਲਿਸ਼ ਦੇ ਵਿੱਚ ਹੈਡਿੰਗ ਲਿਖ ਕੇ, ਕਿਉਂਕਿ ਐਕਸਪਲੇਨੇਸ਼ਨ ਤਾਂ ਪੰਜਾਬੀ 'ਚ ਹੀ ਕਰਵਾ ਰਹੀ ਹਾਂ ਮੈਂ। ਜਦੋਂ ਤੁਸੀਂ ਇੱਕ ਸੈਂਸ ਸਮਝਦੇ ਹੋ ਇੱਕ ਹੈਡਿੰਗ ਦੀ ਤਾਂ ਤੁਸੀਂ ਉਸ ਨੂੰ ਪੰਜਾਬੀ 'ਚ ਕਨਵਰਟ ਕਰਕੇ ਲਿਖ ਸਕਦੇ ਹੋ। ਓਕੇ, ਥੈਂਕਸ।